हेलो स्टूडेंट्स, जो अज आप टॉपिक डिस्कस करना इनकम टैक्स का वो है इलैक्ट्रॉनिक फाइलिंग ऑफ इनकम टैक्स रिटर्न या इनू आप ई फाइलिंग भी कह सकते हैं। तो जिवें तुसीं सारे जानते ही हो कि टैक्नोलॉजी है जिहड़ी बहुत एडवांस हो चुकी है तो हुण सारा कुछ ऑनलाइन होने लग गया है। तो विद दिस कंप्यूटराइजेशन या आप कह सकते हैं कि एडवांसमेंट ऑफ टैक्नोलॉजी जी गवर्नमेंट अपनी इंडियन गवर्नमेंट ने जी इनकम टैक्स रिटर्न फाइलिंग है वो ऑफलाइन या मतलब पेपर फॉर्मेट से ना फाइल करके हुण ट्रेडिशनल मोड तो मॉडर्न मोड या ई फाइलिंग है जी कंपलसरी कर दी है, या कह सकते हैं आप कि जी इनकम टैक्स रिटर्न है वो हुण अजकल ऑनलाइन भरी जाती है। तो इस ऑनलाइन रिटर्न फाइलिंग नूं आपां ई फाइलिंग या इलैक्ट्रॉनिक फाइलिंग ऑफ रिटर्न कहने आ। तो हुण इहदे विच जिवें क्योंकि आपां नूं सब नूं पता है तुहानूं कि जिहड़ी टॉप मोस्ट अथॉरिटी है सेंट्रल बोर्ड ऑफ डायरैक्ट टैक्सिस CBDT कोल ही पावर है कि वो टाइम टू टाइम इनू लैके रूल्स है जिहड़े वो फ्रेम करेगी कि किहड़े परसनस कदों ऑनलाइन फॉर्म दे विच रिटर्न है जिहड़ी वो फाइल करनगे। तो उहदे कोले पावर है टू फ्रेम रूल्स रिगार्डिंग दिस। ਤਾਂ ਆਪਾਂ ਇੱਕ ਇਨਕਮ ਟੈਕਸ ਰਿਟਰਨ ਫਾਈਲਿੰਗ ਦੇ ਵਿੱਚ ਇੱਕ ਟੌਪਿਕ ਕੀਤਾ ਸੀਗਾ ਜਿਹਦੇ ਵਿੱਚ ਆਪਾਂ ਪੜਿਆ ਸੀ ਕਿ ਕਿਹੜੇ ਕਿਹੜੇ ITR ਫਾਰਮ ਨੇ। ਤਾਂ ਉਹ ਤੁਸੀਂ ਦੁਬਾਰਾ ਤੋਂ ਇਹ ਲੈਕਚਰ ਉਹ ਵਾਲਾ ਲੈਕਚਰ ਦੇਖ ਲਿਓ ਜਦੋਂ ਤੁਹਾਨੂੰ ਪਤਾ ਲੱਗੇਗਾ ਕਿ ਕਿਹੜੇ ਕਿਹੜੇ ਪਰਸਨਸ ਕਿਹੜੇ ਕਿਹੜੇ ਫਾਰਮਸ ITR ਫਾਰਮ ਫਿਲ ਕਰਦੇ ਹਨ। ਤਾਂ ਆਪਾਂ ਇਸ ਲੈਕਚਰ ਦੇ ਵਿੱਚ ਕਰਾਂਗੇ ਮੋਡਸ ਆਫ ਈ ਫਾਈਲਿੰਗ कि ई फाइलिंग है जी किस तरह हो सकती, किहड़े मोड्स ने उहदे। तो बेसिकली 3 फॉर्म मोड्स ऑफ ई फाइलिंग करते हैं। फर्स्ट वन इज ई फाइलिंग यूजिंग अ डिजिटल सिग्नेचर, second one is e-filing without a digital signature, and third one is e-filing under electronic verification code। ਤਾਂ basically ਜਿਹੜਾ signature ਹੁੰਦਾ ਕਿਸੇ ਵੀ person ਦਾ, ਭਾਵੇਂ ਉਹ individual ਹੈ ਭਾਵੇਂ ਉਹ firm ਹੈ ਜਾਂ company ਹੈ, ਉਹਦੇ ਜਿਹੜੇ ਆਪਾਂ artificial person ਦੇ ਕੇਸ ਦੇ ਵਿੱਚ ਉਹਨਾਂ ਦੀ stamp ਤੇ natural person ਦੇ ਕੇਸ ਦੇ ਵਿੱਚ ਉਹਨਾਂ ਦੀ signs ਹੈ ਜਿਹੜੇ ਉਹ ਕਿਸੇ ਵੀ ਚੀਜ਼ ਨੂੰ verify ਜਾਂ ਅਥੈਂਟੀਕੇਟ ਕਰਨ ਲਈ ਹੁੰਦੇ ਆ। ਤਾਂ ਜਦੋਂ ਰਿਟਰਨ ਫਾਈਲ ਹੋਏਗੀ ਤਾਂ ਕਿਉਂਕਿ ਜੇ ਰਿਟਰਨ ਇਲੈਕਟ੍ਰੋਨਿਕ ਫਾਰਮ ਦੇ ਥਰੂ ਫਾਈਲ ਹੋ ਰਹੀ ਹੈ ਤਾਂ ਉਹਨੂੰ ਅਥੈਂਟੀਕੇਟ ਕਰਨ ਲਈ, ਉਹਨੂੰ ਵੈਰੀਫਾਈ ਕਰਨ ਲਈ ਕਿਸ ਚੀਜ਼ ਦੀ ਲੋੜ ਹੁੰਦੀ ਹੈ? ਸਿਗਨੇਚਰ ਦੀ ਲੋੜ ਹੁੰਦੀ ਹੈ। ਤਾਂ ਉਹ ਸਿਗਨੇਚਰ ਜਾਂ ਤਾਂ ਡਿਜੀਟਲ ਸਿਗਨੇਚਰ ਹੋ ਸਕਦੇ ਆ ਤੇ ਜਾਂ ਤੁਸੀਂ ਮੈਨੂਅਲ ਸਿਗਨੇਚਰ ਕਰਕੇ, ਮਤਲਬ ਰਿਟਰਨ ਨੂੰ ਸਬਮਿਟ ਕਰਨ ਤੋਂ ਬਾਅਦ ਉਹਦਾ ਪ੍ਰਿੰਟ ਲੈ ਕੇ ਉਹਨੂੰ ਮੈਨੂਅਲੀ ਸਾਈਨ ਕਰਕੇ ਬਾਈ ਪੋਸਟ ਭੇਜ ਦਿਓ। ਤੇ ਇੱਕ ਮੋਡ ਤਾਂ ਇਹ ਹੈ ਕਿ ਤੁਸੀਂ ਡਿਜੀਟਲ ਸਿਗਨੇਚਰ ਦੇ ਥਰੂ ਰਿਟਰਨ ਨੂੰ ਫਾਈਲ ਕਰ ਸਕਦੇ ਹੋ। ਦੂਸਰਾ ਮੋਡ ਇਹ ਹੈ ਕਿ ਵਿਦਆਊਟ ਡਿਜੀਟਲ ਸਿਗਨੇਚਰ, ਜੇ ਤੁਸੀਂ ਵਿਦਆਊਟ ਡਿਜੀਟਲ ਸਿਗਨੇਚਰ ਰਿਟਰਨ ਫਾਈਲ ਕਰ ਰਹੇ ਹੋ ਤਾਂ ਤੁਸੀਂ ਉਸ ਰਿਟਰਨ ਦਾ ਪ੍ਰਿੰਟ ਆਊਟ ਸਾਈਨ ਕਰਕੇ ਇਨਕਮ ਟੈਕਸ ਅਥਾਰਟੀਜ਼ ਨੂੰ ਸਬਮਿਟ ਕਰੋਗੇ ਬਾਈ ਪੋਸਟ। ਤੇ ਥਰਡ ਫਾਰਮ ਹੈ ਇਲੈਕਟ੍ਰੋਨਿਕ ਫਾਈਲਿੰਗ ਅੰਡਰ ਇਲੈਕਟ੍ਰੋਨਿਕ ਵੈਰੀਫਿਕੇਸ਼ਨ ਕੋਡ। ਇਹ ਤਿੰਨੋਂ ਆਪਾਂ 1 by 1 ਡਿਸਕਸ ਕਰਾਂਗੇ। ਤਾਂ ਪਹਿਲੀਆਂ ਦੋ ਦੇ ਵਿੱਚ ਤਾਂ ਇਹ ਹੈ ਕਿ ਡਿਜੀਟਲ ਸਿਗਨੇਚਰ ਤੁਸੀਂ ਲੈ ਲਓਗੇ ਤੇ ਉਸ ਡਿਜੀਟਲ ਸਿਗਨੇਚਰ ਨੂੰ ਉਸ ਤੋਂ ਬਾਅਦ ਤੁਹਾਨੂੰ ਕੁਝ ਵੀ ਕਰਨ ਦੀ ਲੋੜ ਨਹੀਂ ਹੈ। ਡਿਜੀਟਲ ਸਿਗਨੇਚਰ ਤੁਸੀਂ ਰਿਟਰਨ ਦੇ ਨਾਲ ਅਟੈਚ ਕਰਕੇ ਆਪਣੀ ਰਿਟਰਨ ਹੈ ਜਿਹੜੀ ਉਹ ਫਾਈਨਲੀ ਸੈਂਡ ਕਰ ਦੋਗੇ। ਤੇ ਜੇ ਤੁਸੀਂ ਵਿਦਆਊਟ ਡਿਜੀਟਲ ਸਿਗਨੇਚਰ ਕਰ ਰਹੇ ਹੋ ਤਾਂ ਜਿਹੜੀ ਉਹਦੇ ਲਈ ਤੁਹਾਨੂੰ ਮਤਲਬ ਰਿਟਰਨ ਫਾਈਲ ਕਰਨ ਤੋਂ ਬਾਅਦ ਲਾਸਟ ਤੇ ITR 5 ਫਾਰਮ ਜਨਰੇਟ ਹੁੰਦਾ। ਉਸ ITR 5 ਦਾ ਤੁਸੀਂ ਪ੍ਰਿੰਟ ਆਊਟ ਲਓਗੇ, ਉਹਨੂੰ ਸਾਈਨ ਕਰਕੇ ਇੱਕ ਅਫੀਸ਼ੀਅਲ ਐਡਰੈਸ ਹੈ CPC ਬੈਂਗਲੌਰ ਦੇ ਐਡਰੈਸ ਤੇ ਤੁਸੀਂ ਸਪੀਡ ਪੋਸਟ ਜਾਂ ਆਰਡੀਨਰੀ ਪੋਸਟ ਦੇ ਥਰੂ 120 ਡੇਜ਼ ਦੇ ਅੰਦਰ ਜਿਸ ਦਿਨ ਤੁਸੀਂ ਫਾਈਲ ਕੀਤਾ ਉਹਦੇ 120 ਡੇਜ਼ ਦੇ ਅੰਦਰ ਉਹ ITR 5 ਫਾਰਮ ਹੈ ਜਿਹੜਾ ਉਹ ਸੈਂਡ ਕਰ ਦੋਗੇ। ਤੇ ਥਰਡ ਹੈ ਜੀ ਈ ਫਾਈਲਿੰਗ ਅੰਡਰ ਇਲੈਕਟ੍ਰੋਨਿਕ ਵੈਰੀਫਿਕੇਸ਼ਨ ਕੋਡ। ਹੁਣ ਜਿੱਦਾਂ ਵੈਰੀਫਿਕੇਸ਼ਨ ਕੋਡ ਜਨਰੇਟ ਹੁੰਦੇ, ਜਿਸ ਤਰ੍ਹਾਂ ਆਪਣੇ OTPs ਜਨਰੇਟ ਹੁੰਦੇ, ਉਸ ਤਰ੍ਹਾਂ ਇੱਕ ਵੈਰੀਫਿਕੇਸ਼ਨ ਕੋਡ ਜਨਰੇਟ ਹੋਏਗਾ ਤੇ ਉਸ ਵੈਰੀਫਿਕੇਸ਼ਨ ਕੋਡ ਦੇ ਥਰੂ ਤੁਸੀਂ ਆਪਣੀ ਰਿਟਰਨ ਹੈ ਜਿਹੜੀ ਉਹ ਫਾਈਲ ਕਰ ਸਕਦੇ ਹੋ। ਤੇ EVC ਇਲੈਕਟ੍ਰੋਨਿਕ ਵੈਰੀਫਿਕੇਸ਼ਨ ਕੋਡ ਦੇ ਥਰੂ ਕੌਣ ਨਹੀਂ ਕਰ ਸਕਦਾ ਰਿਟਰਨ? ਇੱਕ ਤਾਂ ਪਹਿਲੇ ਉਹ ਪਰਸਨ ਜਿਨ੍ਹਾਂ ਨੂੰ ਅਕਾਊਂਟਸ ਆਡਿਟ ਕਰਵਾਉਣ ਦੀ ਲੋੜ ਹੈ, ਸਾਰੀਆਂ ਪੋਲੀਟੀਕਲ ਪਾਰਟੀਆਂ ਜਿਹੜੀਆਂ ITR 7 ਦੇ ਵਿੱਚ ਰਿਟਰਨ ਫਾਈਲ ਕਰਦੀਆਂ ਤੇ ਕੰਪਨੀਜ਼। ਇਹਨਾਂ ਨੂੰ ਛੱਡ ਕੇ ਬਾਕੀ ਦੇ ਜਿਹੜੇ ਪਰਸਨ ਹੈ ਉਹ ਇਲੈਕਟ੍ਰੋਨਿਕ ਵੈਰੀਫਿਕੇਸ਼ਨ ਕੋਡ ਦੇ ਥਰੂ
ਰਿਟਰਨ ਫਾਈਲ ਕਰ ਸਕਦੇ ਆ। ਤੇ ਇਹ ਇਲੈਕਟ੍ਰੋਨਿਕ ਵੈਰੀਫਿਕੇਸ਼ਨ ਕੋਡ ਜਾਂ ਤਾਂ ਤੁਸੀਂ ਨੈਟ ਬੈਂਕਿੰਗ ਦੇ ਥਰੂ ਜਨਰੇਟ ਕਰ ਸਕਦੇ ਹੋ, ਜਾਂ ਤੁਸੀਂ ਆਧਾਰ ਕਾਰਡ ਨੰਬਰ ਦੇ ਥਰੂ ਜਨਰੇਟ ਕਰ ਸਕਦੇ ਹੋ, ਜਾਂ ਤੁਸੀਂ ATM ਦੇ ਥਰੂ ਜਨਰੇਟ ਕਰ ਸਕਦੇ ਹੋ, ਤੇ ਜਾਂ ਤੁਸੀਂ ਵੈਬਸਾਈਟ ਤੇ ਜਾ ਕੇ ਜਨਰੇਟ ਕਰ ਸਕਦੇ ਹੋ। ਇਹ 3 ਮੋਡ ਨੇ ਇਲੈਕਟ੍ਰੋਨਿਕ ਰਿਟਰਨ ਫਾਈਲਿੰਗ ਦੇ। ਹੁਣ ਪੂਰਾ ਆਪਾਂ ਪ੍ਰੋਸੈਸ ਡਿਸਕਸ ਕਰਾਂਗੇ, ਈ ਫਾਈਲਿੰਗ ਦਾ ਪ੍ਰੋਸੈਸ ਕੀ ਹੈ। ਤਾਂ ਜਦੋਂ ਵੀ ਤੁਸੀਂ ਆਨਲਾਈਨ ਕੁਝ ਵੀ ਕਰਦੇ ਹੋ ਤਾਂ ਸਭ ਤੋਂ ਪਹਿਲਾ ਜਿਹੜਾ ਸਟੈਪ ਹੁੰਦਾ ਹੈ ਉਹ ਹੁੰਦਾ ਹੈ ਤੁਸੀਂ ਆਪਣਾ ਯੂਜ਼ਰ ਆਈਡੀ ਤੇ ਪਾਸਵਰਡ ਜਨਰੇਟ ਕਰੋਗੇ। ਤਾਂ ਸਭ ਤੋਂ ਪਹਿਲਾ ਸਟੈਪ ਕੀ ਹੈ, ਕ੍ਰੀਏਸ਼ਨ ਆਫ ਯੂਜ਼ਰ ਆਈਡੀ ਐਂਡ ਪਾਸਵਰਡ। ਤਾਂ ਜਿਹੜਾ ਵੀ ਅਸੈਸੀ ਹੈ ਸਭ ਤੋਂ ਪਹਿਲਾਂ ਆਪਣੀ ਰਿਟਰਨ ਫਾਈਲ ਕਰਨ ਲਈ ਇਨਕਮ ਟੈਕਸ ਡਿਪਾਰਟਮੈਂਟ ਦਾ ਜਿਹੜੀ ਅਫੀਸ਼ੀਅਲ ਵੈਬਸਾਈਟ ਹੈ www.incometaxindia.efiling.gov.in, ਇੱਥੇ ਜਾ ਕੇ ਆਪਣਾ ਯੂਜ਼ਰ ਆਈਡੀ ਤੇ ਪਾਸਵਰਡ ਜਨਰੇਟ ਕਰੇਗਾ। ਉਹਦੇ ਲਈ ਜੋ ਤੁਸੀਂ ਵੈਬਸਾਈਟ ਦਾ ਮਤਲਬ ਹੋਮ ਪੇਜ ਖੋਲੋਗੇ ਤਾਂ ਰਜਿਸਟਰ ਐਜ਼ ਅ ਨਿਊ ਯੂਜ਼ਰ ਦੀ ਆਪਸ਼ਨ ਹੋਏਗੀ ਉਹਨਾਂ ਦੀ ਰਾਈਟ ਸਾਈਡ ਤੇ। ਤਾਂ ਕਹਿੰਦੇ ਤੁਹਾਡਾ ਜਿਹੜਾ ਯੂਜ਼ਰ ਆਈਡੀ ਹੈ ਹਮੇਸ਼ਾ ਤੁਹਾਡਾ ਪੈਨ ਨੰਬਰ ਹੋਏਗਾ, ਤਾਂ ਤੁਸੀਂ ਪੈਨ ਨੰਬਰ ਆਪਣਾ ਫਿਲ ਕਰਕੇ ਆਪਣਾ ਨਵਾਂ ਜਿਹੜਾ ਯੂਜ਼ਰ ਜਨਰੇਟ ਕਰੋਗੇ। ਉਸ ਤੋਂ ਬਾਅਦ ਤੁਸੀਂ ਜੇ ਪੈਨ ਨਹੀਂ ਹੈ ਤਾਂ ਤੁਹਾਨੂੰ ਪੈਨ ਹੈ ਜਿਹੜਾ ਉਹ ਮਤਲਬ ਲੈਣਾ ਪਏਗਾ, ਤੇ ਜੇ ਤੁਸੀਂ ਆਲਰੇਡੀ ਰਜਿਸਟਰਡ ਹੋ ਤਾਂ ਤੁਹਾਨੂੰ ਮਤਲਬ ਸ਼ੋ ਕਰ ਦੇਗਾ ਕਿ ਆਲਰੇਡੀ ਰਜਿਸਟਰਡ। ਉਸ ਤੋਂ ਬਾਅਦ ਤੁਹਾਡੀਆਂ ਜਿਹੜੇ ਪਾਰਟਿਕੂਲਰਸ ਨੇ, ਤੁਹਾਡਾ ਨੇਮ, ਫਾਦਰ ਨੇਮ, ਅਗਰ ਤੁਸੀਂ ਨਵਾਂ ਜਨਰੇਟ ਕਰ ਰਹੇ ਹੋ ਯੂਜ਼ਰ ਆਈਡੀ ਤਾਂ ਪੈਨ ਤੋਂ ਬਾਅਦ ਤੁਸੀਂ ਆਪਣੀ ਬਾਕੀ ਦੀ ਇਨਫੋਰਮੇਸ਼ਨ, ਨੇਮ, ਫਾਦਰ ਨੇਮ, ਡੇਟ ਆਫ ਬਰਥ, ਈਮੇਲ ਆਈਡੀ, ਫੋਨ ਨੰਬਰ, ਪਾਸਵਰਡ ਆਪਣਾ ਜਨਰੇਟ ਕਰ ਲਓਗੇ। ਉਸ ਤੋਂ ਬਾਅਦ ਕੋਈ ਇੱਕ ਸੀਕ੍ਰੇਟ ਕੁਐਸਚਨ, ਜਿੱਦਾਂ ਆਪਾਂ ਕੋਈ ਵੀ ਯੂਜ਼ਰ ਆਈਡੀ ਜਨਰੇਟ ਕਰਦੇ ਹਾਂ ਤਾਂ ਸੀਕ੍ਰੇਟ ਕੁਐਸਚਨ ਆ ਜਾਂਦਾ ਹੈ, ਫਿਰ ਵੈਰੀਫਿਕੇਸ਼ਨ ਕੋਡ ਆ ਜਾਂਦਾ ਹੈ, ਤੇ ਉਸ ਤੋਂ ਬਾਅਦ ਤੁਸੀਂ ਰਜਿਸਟਰ ਹੋ ਜਾਂਦੇ ਹੋ। ਉਸ ਤੋਂ ਬਾਅਦ ਤੁਹਾਡੇ ਰਜਿਸਟਰਡ ਈਮੇਲ ਆਈਡੀ ਦੇ ਉੱਪਰ ਤੁਹਾਡਾ ਜਿਹੜਾ ਆ ਜਾਏਗਾ ਇੱਕ ਲਿੰਕ ਆ ਜਾਏਗਾ, ਤੇ ਉਸ ਲਿੰਕ ਤੇ ਕਲਿੱਕ ਕਰਕੇ ਤੁਸੀਂ ਉਹਨੂੰ ਐਕਟੀਵੇਟ ਕਰ ਲਓਗੇ। ਉਸ ਤੋਂ ਬਾਅਦ ਐਕਟੀਵੇਟ ਕਰਨ ਤੋਂ ਬਾਅਦ ਤੁਹਾਡਾ ਜਿਹੜਾ ਹੈ ਯੂਜ਼ਰ ਆਈਡੀ ਹੈ ਜਿਹੜਾ ਉਹ ਜਨਰੇਟ ਹੋ ਜਾਏਗਾ। ਹੁਣ ਕੁਝ ਚੀਜ਼ਾਂ ਜਿਹੜੀਆਂ ਜਨਰਲ ਜੀਆਂ ਪ੍ਰੀਕਾਸ਼ਨਸ ਹੈ ਕਿ ਤੁਹਾਡੇ ਜਿਹੜੇ ਪਾਸਵਰਡ ਜਾਂ ਜਿਹੜਾ ਨੇਮ ਹੈ ਉਹ ਸਹੀ ਹੋਣਾ ਚਾਹੀਦਾ, ਕਰੈਕਟ ਹੋਣੀਆਂ ਚਾਹੀਦੀਆਂ ਇਨਫੋਰਮੇਸ਼ਨਸ। ਯੂਜ਼ਰ ਆਈਡੀ ਪਾਸਵਰਡ ਜਨਰੇਟ ਕਰਨ ਤੋਂ ਬਾਅਦ ਫਿਰ ਤੁਸੀਂ ਨੈਕਸਟ ਜਿਹੜੀ ਅਗਲੀ ਪ੍ਰੋਸੀਜਰ ਹੈ ਉਸ ਤੋਂ ਬਾਅਦ ਤੁਸੀਂ ਕਹਿੰਦੇ ਇਨਕਮ ਟੈਕਸ ਰਿਟਰਨ ਪ੍ਰੀਪਰੇਸ਼ਨ ਯੂਟਿਲਿਟੀ। ਉਸ ਤੋਂ ਬਾਅਦ ਤੁਸੀਂ ਆਪਣੀ ਰਿਟਰਨ ਪ੍ਰੀਪੇਅਰ ਕਰੋਗੇ। ਫਿਰ ਤੁਸੀਂ ਅਗੇਨ ਇਨਕਮ ਟੈਕਸ ਇੰਡੀਆ efiling.gov.in ਤੇ ਜਾ ਕੇ ਆਪਣਾ e-filing ਅਸੈਸਮੈਂਟ ਈਅਰ ਜਿਹੜਾ ਵੀ ਚੱਲ ਰਿਹਾ ਉਹ ਚੂਜ਼ ਕਰੋਗੇ। ਦੈਨ ਆਪਣਾ ਅਸੈਸੀ ਟਾਈਪ ਚੂਜ਼ ਕਰੋਗੇ ਕਿ ਤੁਸੀਂ ਇੰਡੀਵਿਜੂਅਲ ਹੋ, HUF ਹੋ, ਫਾਰਮ ਹੋ ਜਾਂ ਕੰਪਨੀ ਹੋ ਜਾਂ ਕੀ ਹੋ। ਉਸ ਤੋਂ ਬਾਅਦ ITR ਫਾਰਮ ਜਿਹੜਾ ਵੀ ਤੁਹਾਡੇ ਤੇ ਐਪਲੀਕੇਬਲ ਹੈ ਉਹ ਤੁਸੀਂ ਸਿਲੈਕਟ ਕਰੋਗੇ। ਡਿਫਰੈਂਟ ਟਾਈਪ ਆਫ ਪਰਸਨਸ ਲਈ ਡਿਫਰੈਂਟ ITR ਫਾਰਮਸ ਹੈ ਤੁਹਾਡੀਆਂ। ਤੁਸੀਂ ਆਪਣੀ ਕੈਪੈਸਿਟੀ ਦੇ ਅਕੋਰਡਿੰਗ, ਆਪਣੀ ਕਲਾਸ ਆਫ ਇਨਕਮ ਦੇ ਅਕੋਰਡਿੰਗ ਜਿਹੜਾ ਵੀ ਤੁਹਾਡਾ ITR ਫਾਰਮ ਬਣਦਾ ਉਹਨੂੰ ਚੂਜ਼ ਕਰ ਲਓਗੇ। ਉਸ ਤੋਂ ਬਾਅਦ ਚੂਜ਼ ਕਰਨ ਤੋਂ ਬਾਅਦ ਤੁਸੀਂ ਸਾਰੀ ਇਨਫੋਰਮੇਸ਼ਨ ਆਪਣੀ ਇਨਕਮ ਦੀ ਡਿਟੇਲ ਉੱਤੇ ਫਿਲ ਕਰ ਦੋਗੇ, ਤੇ ਦੈਨ ਆ ਜਾਂਦਾ ਹੈ ਅਪਲੋਡ ਕਰੋਗੇ ਤੁਸੀਂ ਇਸ ਰਿਟਰਨ ਨੂੰ ਆਪਣੀ ਮਤਲਬ ਅਗਰ ਜੇ ਤੁਸੀਂ ਐਕਸਲ ਦੇ ਥਰੂ ਫਾਈਲ ਬਣਾਈਏ ਤਾਂ ਉਹਨੂੰ ਅਪਲੋਡ ਕਰ ਦੋਗੇ। ਅਦਰਵਾਈਜ਼ ਤੁਸੀਂ ਜਿਹੜਾ ITR 1 ਐਸਾ ਹੈ ਜਿਹਦੇ ਵਿੱਚ ਉਹ ਤਾਂ ਬਿਲਕੁਲ ਸਿੰਪਲ ਹੁੰਦਾ, ਉਹਦੇ ਚ ਸਾਰੀ ਇਨਫੋਰਮੇਸ਼ਨ ਉਦਾਂ ਭਰਨ ਤੋਂ ਬਾਅਦ ਤੁਹਾਡੇ ਕੋਲ ਸਬਮਿਟ ਦੀ ਆਪਸ਼ਨ ਆ ਜਾਂਦੀ ਹੈ। ਦੈਨ ਯੂਜ਼ ਆਫ ਡਿਜੀਟਲ ਸਿਗਨੇਚਰ। ਉਸ ਤੋਂ ਬਾਅਦ ਡਿਜੀਟਲ ਸਿਗਨੇਚਰ ਯੂਜ਼ ਕਰਨੇ ਇਹ ਮੈਂਡੇਟਰੀ ਹੈ। ਡਿਜੀਟਲ ਸਿਗਨੇਚਰ ਯੂਜ਼ ਕਰਨੇ ਕੰਪਨੀਜ਼ ਲਈ ਜਾਂ ਉਹਨਾਂ ਇੰਡੀਵਿਜੂਅਲ ਫਰਮਸ ਤੇ HUF ਲਈ ਜਿਨ੍ਹਾਂ ਦੇ ਲਈ ਆਪਣੀ ਜਿਹੜੇ ਲਾਇਬਲ ਨੇ ਆਡਿਟ ਕਰਵਾਉਣ ਦੇ, ਤਾਂ ਉਹਨਾਂ ਲਈ ਡਿਜੀਟਲ ਸਿਗਨੇਚਰ ਜ਼ਰੂਰੀ ਹੈ। ਡਿਜੀਟਲ ਸਿਗਨੇਚਰ ਕਿਸ ਤਰ੍ਹਾਂ ਲੈ ਸਕਦੇ ਹੋ ਉਹਦੇ ਬਾਰੇ ਵੀ ਦੱਸਿਆ ਹੋਇਆ ਕਿ ਤੁਸੀਂ ਇਹ ਪਰਚੇਜ਼ ਕਰ ਸਕਦੇ ਹੋ ICAI ਦੀ ਵੈਬਸਾਈਟ ਤੇ ਜਾ ਕੇ, ICAI.org ਇਹਨਾਂ ਦੇ ਥਰੂ, ਜਾਂ ਪ੍ਰਾਈਵੇਟ ਵੈਂਡਰਸ ਵੀ ਹੈ ਉਹਨਾਂ ਤੋਂ ਤੁਸੀਂ ਪਰਚੇਜ਼ ਕਰ ਸਕਦੇ ਹੋ। ਦੈਨ ਉਸ ਤੋਂ ਬਾਅਦ ਡਿਜੀਟਲ ਸਿਗਨੇਚਰ ਦਾ ਜਿਹੜਾ ਫਾਰਮੈਟ ਹੈ ਉਹ PLX ਫਾਈਲ ਹੋਏਗੀ। ਹੁਣ ਤੁਸੀਂ ਜੇ ਲੈਣ ਤੋਂ ਬਾਅਦ ਇਹਨੂੰ ਅਪਲੋਡ ਕਰ ਦਿਓਗੇ ਆਪਣੀ ਰਿਟਰਨ ਦੇ ਨਾਲ ਡਿਜੀਟਲ ਸਿਗਨੇਚਰ ਨੂੰ। ਉਸ ਤੋਂ ਬਾਅਦ ਰਜੇ ਜੇ ਤੁਸੀਂ ਡਿਜੀਟਲ ਸਿਗਨੇਚਰ ਨਹੀਂ ਯੂਜ਼ ਕਰ ਰਹੇ ਤਾਂ ਫਿਰ ਤੁਸੀਂ ਕੀ ਕਰਨਾ, ਤੁਸੀਂ ITR 5 ਮਤਲਬ ਬਾਕੀ ਜਿਹੜੇ ਅਸੈਸਿਸ ਹੈ ਜਿਨ੍ਹਾਂ ਲਈ ਮੈਂਡੇਟਰੀ ਨਹੀਂ ਹੈ ਡਿਜੀਟਲ ਸਿਗਨੇਚਰ, ਉਹ ਸਿੰਪਲੀ ਆਪਦੇ ਜਿਹੜੇ ਮੈਨੂਅਲ ਬਾਈ ਹੈਂਡ ਸਾਈਨ ਕਰਕੇ ਵੀ ਆਪਣੀ ਰਿਟਰਨ ਹੈ ਜਿਹੜੀ ਉਹ ਭੇਜ ਸਕਦੇ ਆ। ਤਾਂ ਆਨਲਾਈਨ ਰਿਟਰਨ ਨੂੰ
ਸਬਮਿਟ ਕਰਨ ਤੋਂ ਬਾਅਦ ਇੱਕ ITR 5 ਜਨਰੇਟ ਹੋ ਜਾਏਗਾ, ਜੋ ਕਿ ਐਕਨੋਲੇਜਮੈਂਟ ਹੁੰਦੀ ਹੈ। ਉਸ ITR 5 ਨੂੰ ਤੁਸੀਂ ਡਾਊਨਲੋਡ ਕਰਕੇ ਉਹਦਾ ਪ੍ਰਿੰਟ ਲੈ ਕੇ ਉਹਦੇ ਉੱਪਰ ਆਪਣੇ ਸਾਈਨ ਡੇਟ ਵਗੈਰਾ ਪਾਉਣ ਤੋਂ ਬਾਅਦ ਇਸ ITR 5 ਫਾਰਮ ਨੂੰ 120 ਡੇਜ਼ ਦੇ ਅੰਦਰ ਅੰਦਰ ਬਾਈ ਆਰਡੀਨਰੀ ਪੋਸਟ ਔਰ ਬਾਈ ਸਪੀਡ ਪੋਸਟ ਤੁਸੀਂ ਸੈਂਡ ਕਰਨਾ ਹੈ CPC ਦੇ ਜਿਹੜਾ ਮੇਨ ਆਫਿਸ ਹੈਡ ਆਫਿਸ ਹੈ ਬੈਂਗਲੌਰ ਦੇ ਵਿੱਚ, ਉੱਥੇ ਤੁਸੀਂ ਸਬਮਿਟ ਕਰਨਾ ਹੋਊਗਾ। ਇਹ ਸਿਰਫ ਉਦੋਂ ਜ਼ਰੂਰੀ ਹੈ ਜੋ ਤੁਸੀਂ ਮੈਨੂਅਲ ਸਿਗਨੇਚਰ ਦੇ ਨਾਲ ਆਪਣੀ ਰਿਟਰਨ ਹੈ ਜਿਹੜੀ ਉਹ ਫਾਈਲ ਕਰ ਰਹੇ ਹੋ। ਜੇ ਤੁਸੀਂ ਡਿਜੀਟਲ ਸਿਗਨੇਚਰ ਦੇ ਥਰੂ ਜਾਂ ਇਲੈਕਟ੍ਰੋਨਿਕ ਵੈਰੀਫਿਕੇਸ਼ਨ ਕੋਡ ਦੇ ਥਰੂ ਕਰ ਰਹੇ ਹੋ ਤਾਂ ਤੁਹਾਨੂੰ ਕੁਝ ਵੀ ਫਰਦਰ ਕਰਨ ਦੀ ਜ਼ਰੂਰਤ ਨਹੀਂ ਹੁੰਦੀ। ਇਹ ਸੀਗਾ ਆਨਲਾਈਨ ਰਿਟਰਨ ਫਾਈਲਿੰਗ ਜਾਂ ਰਿਟਰਨ ਫਾਈਲਿੰਗ ਦੇ ਬਾਰੇ। ਤਾਂ ਅਗਰ ਤੁਹਾਨੂੰ ਕੁਝ ਨਾ ਪਤਾ ਚੱਲੇ ਤਾਂ ਤੁਸੀਂ ਕਮੈਂਟ ਬਾਕਸ ਵਿੱਚ ਮੈਸੇਜ ਕਰਕੇ ਪੁੱਛ ਸਕਦੇ ਹੋ। ਥੈਂਕ ਯੂ।